ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਲੈ ਕੇ ਹਾਜ਼ਰ ਹਾਂ ਖਬਰ ਪੜਤਾਲ। ਖਬਰਾਂ ਦੀ ਪੜਤਾਲ ਕਰਾਂਗੇ। ਖਾਸ ਖਬਰਾਂ ਨੇ। ਅੱਜ ਕਿਸਾਨਾਂ ਦੀ ਅਹਿਮ ਬੈਠਕ ਹੈ ਕੇਂਦਰੀ ਮੰਤਰੀਆਂ ਦੇ ਨਾਲ, ਜਿਸ ਬੈਠਕ ਤੋਂ ਬਾਅਦ ਨਤੀਜਿਆਂ ਦੀ ਉਮੀਦ ਹੈ। ਉਸ ਦੇ ਨਾਲ ਹੀ ਬਿਹਾਰ ਚੋਣਾਂ ਤੋਂ ਬਾਅਦ ਮਹਾਗਠਜੋੜ ਦੇ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਤੇ ਅਮਰੀਕਾ ਦੇ ਵਿੱਚ ਜੋ ਨਵੀਂ ਸਰਕਾਰ ਬਣਨ ਜਾ ਰਹੀ ਹੈ, ਉਸ ਦੇ ਵਿੱਚ ਭਾਰਤੀਆਂ ਦਾ ਕਾਫੀ ਵੱਡਾ ਰੋਲ ਵੇਖਣ ਨੂੰ ਮਿਲ ਰਿਹਾ, ਇਸ ਤੇ ਵੀ ਚਰਚਾ ਕਰਾਂਗੇ। ਚਰਚਾ ਦੇ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਧੰਨਵਾਦ ਸਾਰਿਆਂ ਦਾ। ਡੱਲਾ ਜੀ, ਸਭ ਤੋਂ ਪਹਿਲਾਂ ਚੱਲਦੇ ਹਾਂ ਕਿ ਕਿਸਾਨਾਂ ਦੀ ਅੱਜ ਮੀਟਿੰਗ ਹੈ, ਕੀ ਵੇਖ ਰਹੇ ਹੋ, ਕਿੱਦਾਂ ਵੇਖ ਰਹੇ ਹੋ, ਕਿੰਨੇ ਵਜੇ ਸ਼ੁਰੂ ਹੋ ਰਹੀ ਹੈ ਮੀਟਿੰਗ ਤੇ ਕਿਸ ਤਰ੍ਹਾਂ ਦੇ ਨਤੀਜਿਆਂ ਦੀ ਉਮੀਦ ਹੈ? ਦੇਖੋ, ਵਿਗਿਆਨ ਭਵਨ ਹੈ, ਉਹਦਾ ਦੂਜਾ ਤਾਲਾ ਹੈ, ਸੈਕੰਡ ਫਲੋਰ, ਉੱਥੇ ਮੀਟਿੰਗ ਹੈ। ਸਾਡੀਆਂ 29 ਜਥੇਬੰਦੀਆਂ ਦੇ ਨੁਮਾਇੰਦੇ ਜਾਣਗੇ। ਕੱਲ 30 ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਭਾਰਤ ਦੀ ਸਰਕਾਰ ਨੂੰ ਆਪਣੀਆਂ ਮੰਗਾਂ ਸੌਂਪਾਂਗੇ ਲਿਖਤੀ ਰੂਪ ਦੇ ਵਿੱਚ ਉੱਥੇ, ਔਰ ਮੰਗ ਕਰਾਂਗੇ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰੋ। ਔਰ ਕਾਨੂੰਨਾਂ ਨੂੰ ਰੱਦ ਕਰਨ ਤੋਂ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਕਾਨੂੰਨ ਰੱਦ ਕਰਨ ਦੀ ਮੰਗ ਕਿਉਂ ਕਰ ਰਹੇ ਨੇ ਕਿਸਾਨ ਜੀ। ਉਹ ਇਸ ਕਰਕੇ ਕਿ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਵਿਸਥਾਰ 'ਚ ਪੂਰੇ ਮੁਲਕ 'ਚ ਕੋਈ ਚਰਚਾ ਨਹੀਂ ਹੋਈ। ਇਹ ਇੱਕ ਆਰਡੀਨੈਂਸ ਲਿਆਂਦਾ ਗਿਆ ਸੀ। ਆਰਡੀਨੈਂਸ ਤੋਂ ਬਾਅਦ, ਕਿਉਂਕਿ ਜਦੋਂ ਕੋਈ ਆਰਡੀਨੈਂਸ ਲਿਆਇਆ ਜਾਂਦਾ ਹੈ 6 ਮਹੀਨਿਆਂ ਦੇ ਵਿੱਚ ਪਾਰਲੀਮੈਂਟ ਦੇ ਸੈਸ਼ਨ 'ਚ ਉਹਨੂੰ ਪਾਸ ਕਰਾਉਣਾ ਪੈਂਦਾ ਹੈ, ਮਤੇ ਨੂੰ, ਬਿੱਲ ਨੂੰ, ਤੇ ਕਾਨੂੰਨ ਬਣ ਜਾਂਦਾ ਹੈ। ਤੁਰੰਤ ਪਾਰਲੀਮੈਂਟ ਦਾ ਸੈਸ਼ਨ ਵੀ ਆ ਗਿਆ, ਉਹ 'ਚ ਕਾਨੂੰਨ ਬਣ ਗਏ, ਲੋਕ ਸਭਾ 'ਚ ਪਾਸ ਹੋਏ, ਰਾਜ ਸਭਾ 'ਚ ਪਾਸ ਹੋਏ, ਰਾਸ਼ਟਰਪਤੀ ਕੋਲੇ ਗਏ, ਉਹਨਾਂ ਨੇ ਸਹੀ ਪਾਤੀ, ਕਾਨੂੰਨ ਲਾਗੂ ਹੋ ਗਏ ਜੀ। ਹੁਣ ਕਿਸਾਨ ਕਹਿੰਦੇ ਨੇ ਇਹ ਕਾਨੂੰਨ ਰੱਦ ਕਰੋ। ਅਗਰ ਕੋਈ ਅਜਿਹੇ ਕਾਨੂੰਨ ਬਣਾਉਣੇ ਨੇ ਖੇਤੀ ਸੁਧਾਰਾਂ ਦੇ, ਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਉਹਨਾਂ 'ਚ ਸ਼ਮੂਲੀਅਤ ਹੋਣੀ ਚਾਹੀਦੀ ਹੈ ਵੀ ਕਾਨੂੰਨ ਦਾ ਖਰੜਾ ਕੀ ਹੋਵੇ, ਸੂਬੇ ਤੇ ਆਧਾਰਿਤ ਸਥਿਤੀਆਂ ਦੇਖੀਆਂ ਜਾਣ, ਪੰਜਾਬ ਦੀ ਸਥਿਤੀ ਦੇਖੀ ਜਾਵੇ। ਹੁਣ ਕੱਲ 2 ਮੰਤਰੀ ਆਉਣੇ ਨੇ। ਪਹਿਲਾਂ ਗੱਲਾਂ ਹੋਈਆਂ ਸੀ, ਸੁਰਜੀਤ ਜਿਆਣੀ ਕਹਿੰਦੇ ਸੀ 3 ਮੰਤਰੀ ਆਉਣਗੇ, ਰਾਜਨਾਥ ਸਿੰਘ ਦੇ ਘਰੇ ਬੈਠਕ ਹੋਊਗੀ, ਪਰ ਉਹ ਗੱਲਾਂ ਉੜ ਗਈਆਂ ਸਾਰੀਆਂ। ਭਾਵ ਆਪਣੇ ਆਪ ਚੀਜ਼ਾਂ ਬਦਲ ਗਈਆਂ। ਜਦੋਂ ਚਿੱਠੀ ਆਈ ਕਿਸਾਨਾਂ ਨੂੰ ਪਰਸੋਂ 10 ਤਰੀਕ ਨੂੰ ਚਿੱਠੀ ਆਈ, 10 ਤਰੀਕ ਨੂੰ, ਪਰਸੋਂ ਨਹੀਂ ਮਤਲਬ 2-3 ਦਿਨ ਪਹਿਲਾਂ ਜਦੋਂ ਚਿੱਠੀ ਆਈ, ਉਹ 'ਚ ਲਿਖਿਆ ਸੀ ਵੀ ਖੇਤੀਬਾੜੀ ਮੰਤਰੀ ਹੋਣਗੇ ਮੀਟਿੰਗ 'ਚ ਵਿਗਿਆਨ ਭਵਨ 'ਚ, ਤੇ ਰੇਲ ਮੰਤਰੀ ਹੋਣਗੇ ਪਿਊਸ਼ ਗੋਇਲ ਜੀ। ਕਿਸਾਨ ਹੱਕੇ ਬੱਕੇ ਰਹਿ ਗਏ ਵੀ ਅਸੀਂ ਤਾਂ ਸੋਚਿਆ ਸੀ ਰਾਜਨਾਥ ਸਿੰਘ ਦੇ ਘਰ ਮੀਟਿੰਗ ਹੋਊ, 3 ਮੰਤਰੀ ਹੋਣਗੇ, ਮੰਤਰੀ 2 ਰਹਿ ਗਏ ਹੈ ਜੀ। ਜਿਵੇਂ ਗਿੱਲੀ ਹੋਣ ਤੋਂ ਬਾਅਦ ਰੂਹ ਸੁੰਗੜ ਜਾਂਦੀ, ਐਂ ਹੋ ਗਿਆ ਵੀ ਇਹ ਮੰਤਰੀ ਘਟ ਗਏ ਮੀਟਿੰਗ ਦੇ, 3 ਤੋਂ 2 ਆ ਗਏ। ਕਿਉਂਕਿ ਕਿਸਾਨ ਚਾਹੁੰਦੇ ਸੀ ਵੱਧ ਤੋਂ ਵੱਧ ਮੰਤਰੀਆਂ ਨੂੰ, ਅਗਰ ਉੱਥੇ ਆਉਂਦੇ ਨੇ, ਸਾਡੀ ਗੱਲ ਸੁਣਦੇ ਨੇ, ਤਾਂ ਉਹਨਾਂ ਨੂੰ ਇੱਕ ਵਾਰ ਸਮਝਾ ਲਿਆ ਜਾਵੇ ਜੀ। ਕਈ ਵਾਰੀ 3 ਚੋਂ 2 ਗੱਲ ਸਮਝ ਜਾਂਦੇ ਨੇ, ਇੱਕ ਨੂੰ ਪੂਰੀ ਗੱਲ ਸਮਝ ਨਹੀਂ ਲੱਗਦੀ, ਤੇ ਬਹੁਮਤ ਹੋ ਜਾਂਦਾ ਵੀ 3 ਚੋਂ 2 ਬੰਦੇ ਸਹਿਮਤ ਹੈ। ਹੁਣ ਬੰਦੇ ਹੀ 2 ਨੇ ਉੱਥੇ, ਮੰਤਰੀ 2 ਨੇ ਜੀ। ਜੇ ਦੋਨੇ ਸਮਝ ਗਏ, ਜੇ ਦੋਨੇ ਮੰਤਰੀ ਗੱਲ ਨੂੰ ਸਮਝ ਗਏ, ਤਾਂ ਗੱਲ ਅੱਗੇ ਤੁਰਨੀ ਹੈ। ਹੁਣ ਪਹਿਲਾਂ ਕੀ ਇਹ ਦੋਨੇ ਮੰਤਰੀ ਸਮਝ ਜਾਣਗੇ ਪੰਜਾਬ ਦੇ ਕਿਸਾਨਾਂ ਦੀਆਂ ਸਥਿਤੀਆਂ? ਖੇਤੀਬਾੜੀ ਮੰਤਰੀ ਦੀ ਤਾਂ ਗੱਲ ਠੀਕ ਹੈ, ਪਿਊਸ਼ ਗੋਇਲ ਦਾ ਮੈਨੂੰ ਪਤਾ ਨਹੀਂ ਵੀ ਉਹਨਾਂ ਦਾ ਖੇਤੀ ਨਾਲ ਸੰਬੰਧ ਹੈ ਜਾਂ ਨਹੀਂ ਹੈ ਜੀ। ਹਾਲਾਂਕਿ ਉਹਨਾਂ ਨੇ ਫਾਈਨਾਂਸ ਮਿਨਿਸਟਰੀ ਬਹੁਤ ਵਧੀਆ ਚਲਾਈ ਅਰੁਣ ਜੇਤਲੀ ਸਾਹਿਬ ਤੋਂ ਬਾਅਦ, ਬੜੇ ਅੱਛੇ ਫਾਈਨਾਂਸ ਮਿਨਿਸਟਰ ਬਣੇ ਪਿਊਸ਼ ਗੋਇਲ। ਪਰ ਗੱਲ ਹੁਣ ਜਦੋਂ ਪੰਜਾਬ 'ਚ ਰੇਲਾਂ ਚਲਾਉਣ ਦੀ ਆਈ ਹੈ, ਹੁਣ ਉਹ ਬੜੀ ਦੁਚਿੱਤੀ ਵਾਲੀ ਸਥਿਤੀ 'ਚ ਲੱਗਦੇ ਨੇ। ਉਹਨਾਂ ਨੂੰ ਅੱਗੇ ਵੱਧ ਕੇ ਰੇਲਾਂ ਚਲਾ ਦੇਣੀਆਂ ਚਾਹੀਦੀਆਂ ਸੀ। ਹੁਣ ਕਿਸਾਨਾਂ ਦਾ ਇਹ ਜਿਹੜੀ ਮੀਟਿੰਗ ਹੈ, ਕਿਸਾਨ ਗਗਨੇ ਮੰਨ ਕੇ ਚੱਲ ਰਹੇ ਨੇ ਕਿ ਇਹ ਮੀਟਿੰਗ ਹੈ ਜਿਹੜੀ, ਇਹ ਇੱਕ ਸ਼ੁਰੂਆਤੀ ਮੀਟਿੰਗ ਹੈ ਜਿਹਦੇ 'ਚ ਅਸੀਂ ਆਪਣੀ ਗੱਲ ਅੱਗੇ ਰੱਖਾਂਗੇ। ਅਸੀਂ ਆਪਣਾ ਅੰਦੋਲਨ ਨਹੀਂ ਵਾਪਸ ਲੈ ਰਹੇ ਜੀ। 26-27 ਦਾ ਦਿੱਲੀ ਦਾ ਧਰਨਾ ਉਸੇ ਤਰ੍ਹਾਂ ਜਾਰੀ ਰਹੇਗਾ। ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਕਹਿੰਦੇ ਸਾਡੇ ਨਾਲ ਨੇ, ਉਹ ਸਾਡੀ ਹਰ ਗੱਲ ਨਾਲ ਸਹਿਮਤ ਨੇ। ਉਹਨਾਂ ਦੀ ਸਹਿਮਤੀ ਦੇ ਨਾਲ ਹੀ ਅਸੀਂ ਦਿੱਲੀ 'ਚ ਮਿਲਣ ਜਾ ਰਹੇ ਹਾਂ। ਔਰ ਬਹੁਤ ਸਾਰੇ ਲੋਕ ਇਹ ਵੀ ਸਵਾਲ ਚੱਕ ਰਹੇ ਸੀ ਕਿ ਕੇਂਦਰ ਨੇ ਸਿਰਫ ਪੰਜਾਬ ਦੀਆਂ ਜਥੇਬੰਦੀਆਂ ਨੂੰ ਹੀ ਸੱਦਾ ਕਿਉਂ ਭੇਜਿਆ, ਦੇਸ਼ ਦੀਆਂ ਜਥੇਬੰਦੀਆਂ ਨੂੰ ਕਿਉਂ ਨਹੀਂ ਜੀ। ਉਹਦੇ ਪਿੱਛੇ ਕੇਂਦਰ ਦਾ ਇਹ ਤਰਕ ਹੋ ਸਕਦਾ ਹੈ ਕਿ ਪੰਜਾਬ 'ਚ ਅੰਦੋਲਨ ਵੱਡਾ ਸੀ, ਸ਼ੁਰੂ ਇੱਥੋਂ ਹੋਇਆ ਸੀ, ਇਸ ਕਰਕੇ ਅਸੀਂ ਇਹਨਾਂ ਨੂੰ ਸੱਦਾ ਲਾਇਆ। ਬਾਕੀ ਮੀਟਿੰਗ ਭਾਵੇਂ ਪੰਜਾਬ ਦੀਆਂ ਜਥੇਬੰਦੀਆਂ ਨਾਲ ਹੋ ਰਹੀ ਹੈ, ਸਾਰੇ ਦੇਸ਼ ਦੀਆਂ ਜਥੇਬੰਦੀਆਂ ਦੀ ਸਹਿਮਤੀ ਬਣੀ ਹੈ ਪੰਜਾਬ ਦੀਆਂ ਜਥੇਬੰਦੀਆਂ ਨਾਲ ਜੀ, ਇਸ ਕਰਕੇ ਮੀਟਿੰਗ ਹੋ ਰਹੀ ਹੈ। ਔਰ ਮੈਨੂੰ ਇਹ ਲੱਗਦਾ ਕਿ ਅਗਰ ਕੇਂਦਰੀ ਮੰਤਰੀ ਕਿਸਾਨਾਂ ਦੀ ਗੱਲ ਸਮਝ ਗਏ, ਕੋਈ ਉਹਨਾਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਵੀ ਹਾਂ ਅਸੀਂ ਖੇਤੀ ਕਾਨੂੰਨਾਂ 'ਚ ਬਦਲਾਅ ਲਈ, ਕਾਨੂੰਨ 'ਚ ਬਦਲਾਅ ਲਈ ਜਾਂ ਰੱਦ ਕਰਨ ਲਈ ਅਸੀਂ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਾਂਗੇ ਜਾਂ JP ਨੱਡਾ ਤੱਕ ਪਹੁੰਚ ਕਰਾਂਗੇ, ਫਿਰ ਤਾਂ ਇਹਨੂੰ ਸਕਾਰਾਤਮਕ ਮੀਟਿੰਗ ਮੰਨਾਂਗੇ, ਹਾਂ ਪੱਖੀ ਮੀਟਿੰਗ ਮੰਨਾਂਗੇ। ਨਹੀਂ ਤਾਂ ਇਹ ਮੰਨਾਂਗੇ ਵੀ ਇਹ ਇੱਕ ਸਧਾਰਨ ਮੀਟਿੰਗ ਸੀ। ਉਸ ਤੋਂ ਬਾਅਦ ਵੇਖਦੇ ਹਾਂ ਸਰਕਾਰ ਦਾ ਰੁਖ ਕੀ ਹੈ, ਕਿਸਾਨਾਂ ਦਾ ਕੀ ਹੈ। 18 ਤਰੀਕ ਨੂੰ ਕਿਸਾਨਾਂ ਨੇ ਵੀ ਮੀਟਿੰਗ ਕਰਨੀ ਹੈ, ਫਿਰ ਉਹ ਆਪਣਾ ਫੈਸਲਾ ਕਰ ਜੀ। ਬਿਲਕੁਲ ਸਹੀ। ਇਸ ਦੇ ਨਾਲ ਹੀ ਡੱਲਾ ਸਾਹਿਬ, ਬਿਹਾਰ ਦੇ ਵੱਲ ਚੱਲੀਏ। ਬਿਹਾਰ ਦੇ ਵਿੱਚੋਂ ਜੋ ਮਹਾਗਠਜੋੜ ਸੀ, ਜਿਹਨੇ ਚੋਣਾਂ ਲੜੀਆਂ ਨੇ, ਹਾਲਾਂਕਿ ਜਿੱਤ ਨਹੀਂ ਹਾਸਲ ਕਰ ਸਕੇ, ਪਰ ਕਹਿੰਦੇ ਕਿ ਬਹੁਤ ਘੱਟ ਵੋਟਾਂ ਦੇ ਨਾਲ ਉਹਨਾਂ ਨੂੰ ਹਾਰ ਜਿਹੜੀ ਉਹਨਾਂ ਦੀ ਝੋਲੀ ਦੇ ਵਿੱਚ ਪਈ ਹੈ। ਦੇਖੋ, ਪ੍ਰੈਸ ਕਾਨਫਰੰਸ ਕੀਤੀ ਹੈ ਤੇਜਸਵੀ ਯਾਦਵ ਨੇ ਜੀ। ਤੇਜਸਵੀ ਯਾਦਵ ਕਹਿੰਦੇ 12,700-800 ਵੋਟਾਂ, 12,000 ਤੋਂ ਵੱਧ, 12,000 ਤੋਂ 3,000 ਦੇ ਵਿੱਚ ਵੋਟਾਂ ਦਾ ਫਰਕ ਹੈ ਜੀ। ਮਹਾਗਠਬੰਧਨ ਕੋਲੇ 110 ਸੀਟਾਂ ਆਈਆਂ ਜੀ, NDA ਗਠਬੰਧਨ ਕੋਲੇ ਆਈਆਂ 125।
ਜੀ ਤੇਜਸਵੀ ਯਾਦਵ ਕਹਿੰਦੇ 15 ਕੁ ਸੀਟਾਂ ਦਾ ਫਰਕ ਜਿਹੜਾ ਹੈ ਉਹ ਪਿਆ ਹੈ, ਬਹੁਤ ਥੋੜੀਆਂ ਵੋਟਾਂ ਨਾਲ, 12-13 ਹਜ਼ਾਰ ਦਾ ਵੋਟਾਂ ਦਾ ਹੀ ਫਰਕ ਹੈ। ਮਹਾਗਠਬੰਧਨ ਦੀਆਂ ਵੋਟਾਂ ਜੀ 12-13 ਹਜ਼ਾਰ ਨੇ ਜਿਹੜੀਆਂ ਉਹ ਜ਼ਿਆਦਾ ਨੇ, ਔਰ 15 ਸੀਟਾਂ ਨਾਲ ਜਿਹੜਾ ਹੈਗਾ ਇਹ ਫਰਕ ਪਿਆ ਪੂਰਾ। ਜੀ ਇਹਦਾ ਮਤਲਬ ਤੇਜਸਵੀ ਯਾਦਵ ਨੇ ਇਲਜ਼ਾਮ ਵੀ ਲਾਏ ਨੇ। ਤੇਜਸਵੀ ਯਾਦਵ ਕਹਿੰਦੇ ਵੀ ਸਾਨੂੰ ਜਿਹੜੀ ਗਿਣਤੀ ਹੋਈ ਆ ਉਹਦੇ ਤੇ ਸ਼ੰਕੇ ਹੈ। ਦੇਖੋ, ਜਦੋਂ ਵੋਟਾਂ ਘੱਟ ਹੋਣ ਤੇ ਥੋੜੀਆਂ ਸੀਟਾਂ ਥੋੜੇ ਮਾਰਜਨ ਤੋਂ ਕੋਈ ਹਾਰਿਆ ਜਿੱਤਿਆ ਹੋਵੇ, ਜੀ ਉੱਥੇ ਸਵਾਲ ਖੜੇ ਹੋ ਸਕਦੇ ਨੇ। ਉਂਝ ਵੱਡੇ ਪੱਧਰ ਤੇ ਮੈਂ ਇਹ ਨਹੀਂ ਮੰਨਦਾ ਕਿ ਸਾਡੇ ਮੁਲਕ 'ਚ ਜਿਹੜੀਆਂ ਈਵੀਐਮ ਦੀਆਂ ਮਸ਼ੀਨਾਂ ਨੇ ਉਹਨਾਂ ਦੀ ਦੁਰਵਰਤੋਂ ਹੋ ਸਕਦੀ ਹੈ। ਈਵੀਐਮ ਦੀਆਂ ਮਸ਼ੀਨਾਂ 'ਚ ਵੋਟ ਉਸੇ ਨੂੰ ਪੈਣੀ ਆ ਜਿਸ ਦਾ ਬਟਨ ਦੱਬਾਂਗੇ। ਇਹ ਮੈਂ ਮੰਨਦਾ, ਮੈਂ ਕਦੀ ਨਹੀਂ ਮੰਨਦਾ ਵੀ ਈਵੀਐਮ ਮਸ਼ੀਨ ਨੂੰ ਹੈਕ ਕੀਤਾ ਜਾ ਸਕਦਾ ਹੈ। ਇਹ ਤਰਕ ਆਧਾਰਹੀਨ ਨੇ। ਜੇ ਅਜਿਹਾ ਹੁੰਦਾ ਤੇ ਰਾਜਸਥਾਨ 'ਚ ਕਾਂਗਰਸ ਨਹੀਂ ਸੀ ਆਉਣੀ, ਜੀ ਮੱਧ ਪ੍ਰਦੇਸ਼ 'ਚ ਨਹੀਂ ਸੀ ਆਉਣੀ, ਛੱਤੀਸਗੜ੍ਹ 'ਚ ਨਹੀਂ ਸੀ ਆਉਣੀ। ਉਹ ਬੜੇ ਵਕਾਰੀ ਸੂਬੇ ਸੀ। ਕਰਨਾਟਕ 'ਚ ਹਾਰ ਗਈ ਸੀ ਭਾਜਪਾ ਪਹਿਲਾਂ, ਉਹ ਬੜੇ ਵਕਾਰੀ ਸੂਬੇ ਸੀ। ਬੀਜੇਪੀ ਅਗਰ ਅਜਿਹਾ ਕਰਨਾ ਹੁੰਦਾ ਤੇ ਉੱਥੇ ਹਾਰਦੀ ਨਾ। ਹੁਣ ਹੋਇਆ ਕੀ ਹੈ, ਕਿੱਥੇ ਗੁੰਜਾਇਸ਼ ਹੁੰਦੀ ਹੈ? ਬੈਲਟ ਪੇਪਰ ਦੇ ਨਾਲ ਵੋਟਾਂ ਗਿਣੀਆਂ ਜਾਂਦੀਆਂ ਨੇ, ਮੁਲਾਜ਼ਮਾਂ ਦੀਆਂ ਵੋਟਾਂ ਗਿਣੀਆਂ ਜਾਂਦੀਆਂ ਨੇ। ਉਸ ਪੱਧਰ ਤੇ ਕਿਤੇ ਹੇਰਾਫੇਰੀ ਹੈ ਜਿਹੜੀ ਪ੍ਰਸ਼ਾਸਨ ਦੀ, ਜਿੱਥੇ ਦਖਲ ਅੰਦਾਜ਼ੀ ਹੁੰਦੀ ਹੈ, ਜੀ ਉਸ ਪੱਧਰ ਤੇ ਹੇਰਾਫੇਰੀ ਪੰਜਾਬ 'ਚ ਵੀ ਇਲਜ਼ਾਮ ਲੱਗਦੇ ਨੇ। ਕੋਈ ਨਵੀਂ ਗੱਲ ਥੋੜੀ ਹੈ। ਜੀ ਆ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਦੀ ਆ, ਉਦੋਂ ਅਕਾਲੀ ਵੀ ਇਲਜ਼ਾਮ ਲਾਉਂਦੇ ਨੇ। ਜਦੋਂ ਅਕਾਲੀ 2 ਵਾਰ ਜਿੱਤੇ ਉਦੋਂ ਵੀ ਪੰਜਾਬ ਵਾਲਿਆਂ ਨੇ ਇਲਜ਼ਾਮ ਲਾਏ ਸੀ। ਸੋ ਹਾਰਨ ਤੋਂ ਬਾਅਦ ਇਹ ਇਲਜ਼ਾਮ ਨਹੀਂ ਲੱਗਣਾ ਚਾਹੀਦਾ। ਪਰ ਬਿਹਾਰ 'ਚ ਜਿੱਥੇ 500-700 ਵੋਟਾਂ ਦੇ ਫਰਕ ਨਾਲ ਹਾਰ ਜਿੱਤ ਹੁੰਦੀ ਹੈ, ਜੀ ਉੱਥੇ ਟਰਾਂਸਪੇਰੈਂਸੀ ਜ਼ਿਆਦਾ ਚਾਹੀਦੀ ਹੈ। ਉੱਥੇ ਸੰਤੁਸ਼ਟੀ ਕਰਾ ਦੇਣੀ ਚਾਹੀਦੀ ਹੈ ਪਬਲਿਕਲੀ ਸਾਰਾ ਕੁਝ ਕਰਕੇ। ਸੋ ਚੋਣ ਕਮਿਸ਼ਨ ਨੂੰ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ। ਬਾਕੀ ਦੇਖੋ, ਤੇਜਸਵੀ ਯਾਦਵ ਨੇ ਬਹੁਤ ਤਕੜਾ ਮੁਕਾਬਲਾ ਕੀਤਾ। ਮੈਂ ਕੱਲ ਵੀ ਕਿਹਾ ਸੀ, ਤੇਜਸਵੀ ਯਾਦਵ 30 ਸਾਲ ਦਾ ਨੌਜਵਾਨ ਹੈ। ਜੀ ਬਾਕੀ ਦੂਜੇ ਪਾਸੇ ਸਾਰੇ ਬਾਬੇ ਨੇ ਜੀ, 60-60 65-65 70-70 ਸਾਲਾਂ ਦੇ। ਜੀ ਸੋ ਉਹ ਸਾਰੇ ਇਕੱਠੇ ਸੀ। ਹੈਲੀਕਾਪਟਰਾਂ ਤੇ ਜਹਾਜ਼ਾਂ ਤੇ ਚੋਣ ਪ੍ਰਚਾਰ ਹੋਇਆ। ਤੇਜਸਵੀ ਯਾਦਵ 30 ਸਾਲ ਦਾ ਨੌਜਵਾਨ ਇਕੱਲਾ ਸੀ। ਮੈਂ ਕਹਿੰਦਾ 110 ਸੀਟਾਂ ਵੀ ਉਹਦੀ ਜਿੱਤ ਹੈ। ਜੀ ਔਰ ਮੈਨੂੰ ਲੱਗਦਾ ਹੈ ਕਿ ਭਵਿੱਖ ਉਹਦਾ ਬੜਾ ਸੁਨਹਿਰਾ। ਅਗਲੀ ਵਾਰੀ ਪਾਰਲੀਮੈਂਟ ਦੀਆਂ ਚੋਣਾਂ 'ਚ ਵੀ ਉਹ ਵਧੀਆ ਕੰਮ ਕਰੂਗਾ। ਜੀ ਬਸ ਇਹ ਹੈ ਵੀ ਜਿਵੇਂ ਲਾਲੂ ਪ੍ਰਸਾਦ ਯਾਦਵ ਬਦਨਾਮ ਹੋ ਗਏ, ਘੁਟਾਲਿਆਂ 'ਚ ਆ ਗਏ, ਤੇਜਸਵੀ ਯਾਦਵ ਆਪਣੇ ਆਪ ਨੂੰ ਸਾਂਭ ਕੇ ਰੱਖਣ। ਬਿਲਕੁਲ। ਹਾਂਜੀ, ਸੋ ਬਿਲਕੁਲ ਇਸ ਦੇ ਨਾਲ ਹੀ ਡੱਲਾ ਸਾਹਿਬ ਅਗਲੀ ਖਬਰ ਦੇ ਵੱਲ ਵਧੀਏ। ਅਮਰੀਕਾ ਦੇ ਵਿੱਚ ਕਹਿੰਦੇ ਜਿਹੜੀ ਨਵੀਂ ਸਰਕਾਰ ਬਣਨ ਜਾ ਰਹੀ ਹੈ ਉਸ ਦੇ ਵਿੱਚ ਭਾਰਤੀਆਂ ਦਾ ਬਹੁਤ ਵੱਡਾ ਯੋਗਦਾਨ ਮਹਿਸੂਸ ਕੀਤਾ ਜਾ ਰਿਹਾ। ਦੇਖੋ, ਇਹ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ। ਬਹੁਤ ਸਾਰੇ ਲੋਕਾਂ ਦੇ ਮਨ 'ਚ ਸ਼ੰਕੇ ਸੀ ਕਿ ਜੇ ਟਰੰਪ ਹਾਰ ਗਿਆ, ਅਮਰੀਕਾ 'ਚ ਕੋਈ ਨਵਾਂ ਰਾਸ਼ਟਰਪਤੀ ਆ ਗਿਆ, ਭਾਰਤ ਪ੍ਰਤੀ ਪਤਾ ਨਹੀਂ ਉਸ ਦਾ ਕਿਸ ਤਰ੍ਹਾਂ ਦਾ ਰੁਖ ਹੋਏਗਾ। ਮੈਨੂੰ ਇਹ ਲੱਗਦਾ ਹੈ ਕਿ ਜੋ ਬਾਈਡਨ ਦੀ ਜਿਹੜੀ ਸਰਕਾਰ ਹੈ ਉਹਦੇ ਵਿੱਚ 20 ਭਾਰਤੀ ਨੇ ਜਿਹੜੇ ਉਹ ਅਮਰੀਕਾ ਦੀ ਸਰਕਾਰ ਦਾ ਕਿਸੇ ਨਾ ਕਿਸੇ ਰੂਪ 'ਚ ਹਿੱਸਾ ਹੋਣਗੇ। ਜੀ ਔਰ ਬਹੁਤ ਵੱਡੀ ਗਿਣਤੀ 'ਚ ਭਾਰਤੀਆਂ ਨੇ ਜੇ ਬਾਈਡਨ ਨੂੰ ਮਦਦ ਵੀ ਕੀਤੀ ਹੈ। ਆંકੜੇ ਆਏ ਨੇ 15-20 ਵਿਅਕਤੀ, 23-24 ਵਿਅਕਤੀ ਤਾਂ ਇਹੋ ਜਿਹੇ ਨੇ ਜਿਨ੍ਹਾਂ ਨੇ ਲਗਭਗ 18 ਕਰੋੜ ਰੁਪਏ ਦੀ ਵਿੱਤੀ ਮਦਦ ਕੀਤੀ ਸੀ ਚੋਣਾਂ ਦੇ ਵਿੱਚ। ਜੀ ਇਹਨਾਂ ਦੀ ਪਾਰਟੀ ਦੀ ਮਦਦ ਕੀਤੀ ਸੀ ਕਿਸੇ ਨਾ ਕਿਸੇ ਰੂਪ 'ਚ। ਸੋ ਅਗਰ ਹੁਣ ਸਰਕਾਰ 'ਚ 20 ਭਾਰਤੀ ਜੋ ਬਾਈਡਨ ਦੇ ਆਲੇ ਦੁਆਲੇ ਮਦਦ ਕਰਨਗੇ, ਕਿਸੇ ਨਾ ਕਿਸੇ ਰੂਪ 'ਚ ਅਮਰੀਕਾ ਦੀ ਸਰਕਾਰ 'ਚ ਹਿੱਸਾ ਪਾਉਣਗੇ, ਸਲਾਹ ਦੇਣਗੇ, ਸੁਝਾਅ ਦੇਣਗੇ, ਇਹ ਬਹੁਤ ਵੱਡੀ ਮੈਨੂੰ ਲੱਗਦਾ ਇਹ ਪੰਜਾਬੀਆਂ ਦੀ ਵੀ ਜਿੱਤ ਹੈ। ਔਰ ਇਸ ਤੋਂ ਇਹ ਗੱਲ ਵੀ ਸਮਝ ਆਉਂਦੀ ਹੈ ਕਿ ਜਿਹੜੇ ਪੰਜਾਬੀ ਨੇ ਜੀ ਉਹ ਦੁਨੀਆ ਦੇ ਕਿਸੇ ਵੀ ਮੁਲਕ ਦੀ ਤਰੱਕੀ ਦਾ ਹਿੱਸਾ ਬਣ ਸਕਦੇ ਨੇ। ਸਾਡੇ ਮੰਤਰੀ ਜਾਂ ਕੇਂਦਰ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਪੰਜਾਬੀਆਂ ਦੀ ਅਹਿਮੀਅਤ। ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਇਹੋ ਜਿਹੇ ਕਾਨੂੰਨ ਬਣਾ ਰਹੇ ਹੋ ਜਿਹਦੇ ਨਾਲ ਪੰਜਾਬੀ ਕਿਸਾਨ ਸਾਡੇ ਹਤੋਤਸ਼ਾਹਿਤ ਨੇ। ਚਾਹੀਦਾ ਤਾਂ ਇਹ ਹੈ ਕਿ ਕੇਂਦਰ ਦੀ ਸਰਕਾਰ ਪੰਜਾਬ ਦੀ ਖੇਤੀ ਨੂੰ ਤਰੱਕੀ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਠੇਕੇ ਦੇ ਦੇ ਦੂਜੇ ਮੁਲਕ ਦੇ ਹਿੱਸਿਆਂ ਦੇ। ਜੀ ਵੀ ਤੁਸੀਂ ਯੂਪੀ 'ਚ ਵੀ ਪੰਜਾਬ ਦੇ ਕਿਸਾਨ ਤੁਸੀਂ ਜਾਇਆ ਕਰੋ, ਫਸਲਾਂ ਬੀਜ ਕੇ ਸਾਨੂੰ ਦਿਓ। ਮਹਾਰਾਸ਼ਟਰ 'ਚ, ਮੁਲਕ 'ਚ ਜਿੱਥੇ ਖੇਤੀ ਨਹੀਂ ਹੁੰਦੀ, ਰਾਜਸਥਾਨ ਦੇ ਦੇਣ ਪੰਜਾਬ ਦੇ ਕਿਸਾਨਾਂ ਨੂੰ, 1000 ਕਿੱਲਾ ਦੇ ਦੇਣ। ਜੀ ਪੰਜਾਬ ਦੇ ਕਿਸਾਨਾਂ ਨੇ ਉੱਥੇ ਵੀ ਕਣਕ ਝੋਨਾ ਪੈਦਾ ਕਰ ਦੇਣਾ ਜੀ, ਹੈ ਜੀ। ਚਾਹੇ ਪਾਣੀ ਨਹੀਂ ਪੁੱਜਦਾ, ਉੱਥੇ ਵੀ ਉਹਨਾਂ ਨੇ ਆਪ ਹੀ ਪਾਣੀ ਦੀ ਵਰਤੋਂ ਕਰ ਲੈਣੀ ਹੈ। ਭਾਵ ਕਿ ਜਜ਼ਬਾ ਹੈ ਪੰਜਾਬ ਦੇ ਲੋਕਾਂ 'ਚ। ਜੀ ਹੁਣ ਅਮਰੀਕਾ ਦੀ ਸਰਕਾਰ 'ਚ ਐਡਾ ਪੰਜਾਬ ਦੇ ਲੋਕਾਂ ਦਾ ਸ਼ਮੂਲੀਅਤ ਹੋਊਗੀ, ਇਹ ਬੜੀ ਮਾਣ ਵਾਲੀ ਗੱਲ ਹੈ ਪੰਜਾਬੀਆਂ ਨੂੰ। ਜੀ ਹੈ ਜੀ। ਕੋਈ ਵੇਲਾ ਸੀ ਜਦੋਂ ਅਮਰੀਕਾ ਦਾ ਵੀਜ਼ਾ ਅਪਲਾਈ ਕਰਨ ਵੇਲੇ ਡਰਦੇ ਹੁੰਦੇ ਸੀ ਪੰਜਾਬ ਦੇ ਲੋਕ ਵੀ, ਭਾਰਤੀ ਵੀ, ਕਿ ਪਤਾ ਨਹੀਂ ਅਮਰੀਕਾ ਤੋਂ ਵੀਜ਼ਾ ਮਿਲੂਗਾ ਜਾਂ ਨਹੀਂ ਮਿਲੂਗਾ। ਤੇ ਹੁਣ ਹਿੱਕ ਤਾਣ ਕੇ ਵੀਜ਼ੇ ਲੈਂਦੇ ਆ ਜੀ। ਜੀ ਇਹ ਕਿਉਂਕਿ ਪੰਜਾਬੀਆਂ ਨੇ ਆਪਣੀ ਥਾਂ ਬਣਾਈ ਆ ਪੂਰੀ ਦੁਨੀਆ 'ਚ। ਕੀ ਕੈਨੇਡਾ, ਕੀ ਅਮਰੀਕਾ, ਕੀ ਆਸਟ੍ਰੇਲੀਆ, ਕੀ ਯੂਕੇ। ਜੀ ਸੋ ਪੰਜਾਬੀਆਂ ਦੀ ਪੂਰੀ ਚੜ੍ਹਤ ਹੈ। ਔਰ ਇਸੇ ਕਰਕੇ ਵੀ ਪੰਜਾਬੀ ਨੇ ਜਿਹੜੇ ਜੁਝਾਰੂ ਨੇ, ਮਿਹਨਤਕਸ਼ ਨੇ, ਹੈ ਜੀ, ਮਿਹਨਤਕਸ਼ ਨੇ।
ਔਰ ਪੂਰੀ ਦੁਨੀਆ ਦੀ ਸਿਆਸਤ ਦੇਖੋ। ਆਪ ਸਾਡੇ ਆਪਣੇ ਹੁਸ਼ਿਆਰਪੁਰ ਵਾਲੇ ਕੈਨੇਡਾ ਦੀ ਸਰਕਾਰ 'ਚ ਆ ਗਏ, ਉੱਥੋਂ ਦੇ ਰੱਖਿਆ ਮੰਤਰੀ ਨੇ, ਉੱਥੋਂ ਦੀ ਰੱਖਿਆ ਮੰਤਰੀ ਨੇ ਜੀ ਕੈਨੇਡਾ ਦੀ ਸਰਕਾਰ 'ਚ। ਕਿੰਨੇ ਪੰਜਾਬੀ ਨੇ ਸਾਡੇ ਕੈਨੇਡਾ 'ਚ। ਮੈਂ ਕਦੀ ਗਿਆ ਨਹੀਂ ਕੈਨੇਡਾ, ਕਦੀ ਮੌਕਾ ਲੱਗਿਆ ਤੇ ਚਲੋ ਸਾਰੇ ਉੱਥੇ ਪੰਜਾਬੀਆਂ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਊਗਾ ਕਦੀ ਜ਼ਿੰਦਗੀ 'ਚ, ਜੇ ਵਕਤ ਮਿਲਿਆ ਤਾਂ। ਸੋ ਅੱਜ ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਬੈਠਕ ਹੈ। ਉਸ ਬੈਠਕ ਦੇ ਨਤੀਜਿਆਂ ਤੋਂ ਬਾਅਦ ਫਿਰ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਤੇ ਉਸ ਮੀਟਿੰਗ ਦੇ ਖਾਸ ਨਤੀਜੇ ਸੁਰਿੰਦਰ ਡੱਲਾ ਹੋਣਾ ਤੋਂ ਜਾਣਾਂਗੇ ਕਿ ਕੀ ਅੱਗੇ ਕਿਸਾਨ ਜਥੇਬੰਦੀਆਂ ਐਲਾਨ ਕਰਦੀਆਂ ਨੇ ਜਾਂ ਕੇਂਦਰ ਸਰਕਾਰ ਦੇ ਵੱਲੋਂ ਕੀ ਭਰੋਸੇ ਨੇ ਜਿਹੜੇ ਕਿਸਾਨਾਂ ਨੂੰ ਦਿੱਤੇ ਜਾਂਦੇ ਨੇ। ਡੱਲਾ ਜੀ ਬਹੁਤ ਬਹੁਤ ਧੰਨਵਾਦ ਚਰਚਾ ਦੇ ਵਿੱਚ। ਬਹੁਤ ਧੰਨਵਾਦ ਸਾਰਿਆਂ ਨੂੰ।